ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਪਿਆਰੇ ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਰੋਜ਼ਮਰਾ ਦੀ ਤਰ੍ਹਾਂ ਸਾਨੂੰ ਆਪਣਾ ਜੀਵਨ ਦਿੰਦੇ ਹੋ ਅਤੇ ਸਾਨੂੰ ਆਪਣੇ ਰਾਜ ਵਿੱਚ ਚਲਾਉਂਦੇ ਹੋ ਕਿ ਅਸੀਂ ਤੇਰੇ ਨਾਮ ਨੂੰ ਉੱਚਾ ਕਰ ਸਕੀਏ। ਔਰ ਇਸ ਸਮੇਂ ਪਰਮੇਸ਼ਰ ਪਿਤਾ ਦੁਨੀਆ ਦੇ ਵਿੱਚ ਬਹੁਤ ਚਮਕ ਅਤੇ ਬਹੁਤ ਪਰਮੇਸ਼ਰ ਪਿਤਾ ਆਪ ਦੇ ਵਿਰੋਧ ਦਾ ਕਾਰਜ ਪਰਮੇਸ਼ਰ ਪਿਤਾ ਚੱਲ ਰਿਹਾ ਹੈ। ਪਰ ਧੰਨਵਾਦ ਹੈ ਕਿ ਇਸ ਵਿੱਚ ਆਪ ਨੇ ਸਾਨੂੰ ਸੰਭਾਲ ਕੇ ਆਪਣੇ ਵਚਨ ਦੇ ਅਨੁਸਾਰ ਚੱਲਣ ਦੇ ਲਈ ਬਲ ਦਿੱਤਾ ਹੈ। ਜਦੋਂ ਅੱਜ ਅਸੀਂ ਤੇਰੇ ਵਚਨ ਦਾ ਅਧਿਐਨ ਕਰਦੇ ਹਾਂ ਤਾਂ ਇਸ ਵਿੱਚ ਪਰਮੇਸ਼ਰ ਪਿਤਾ ਅਸੀਂ ਸਭੇ ਤੇਰੇ ਵਚਨ ਨੂੰ ਸਿੱਖਦਿਆਂ ਹੋਇਆਂ ਤੇਰੇ ਸਵਰਗ ਰਾਜ ਵਿੱਚ ਪਾਏ ਜਾਈਏ, ਜਿਸ ਦੇ ਨਾਲ ਤੇਰਾ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋਵੇ। ਵਚਨ ਬੋਲਣ ਵਾਲੇ ਨੂੰ ਅਤੇ ਸੁਣਨ ਵਾਲੇ ਨੂੰ ਦੋਨਾਂ ਨੂੰ ਆਪਣੀ ਤੌਫੀਕ ਦੇ ਔਰ ਤੇਰਾ ਹੀ ਨਾਮ ਇਸ ਦੇ ਰਾਹੀਂ ਉੱਚਾ ਹੋ ਸਕੇ। ਸਭ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਇਹ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਯਹੋਸ਼ੂਆ 24 ਦਾ 15 ਲਿਆ ਹੈ। ਇਸ ਵਿੱਚ ਲਿਖਿਆ ਹੈ, ਅਤੇ ਜੋ ਤੁਹਾਡੀ ਨਿਗਾਹ ਵਿੱਚ ਯਹੋਵਾ ਦੀ ਉਪਾਸਨਾ ਬੁਰੀ ਹੈ ਤਾਂ ਅੱਜ ਤੁਸੀਂ ਚੁਣ ਲਓ ਜਿਹਦੀ ਉਪਾਸਨਾ ਤੁਸੀਂ ਕਰੋਗੇ, ਭਾਵੇਂ ਉਹ ਦੇਵਤੇ ਜਿਨ੍ਹਾਂ ਦੀ ਤੁਹਾਡੇ ਪਿਓ ਦਾਦੇ ਜਦ ਉਹ ਦਰਿਆ ਪਾਰ ਸਨ ਉਪਾਸਨਾ ਕਰਦੇ ਸਨ, ਭਾਵੇਂ ਅਮੋਰੀਆਂ ਦੇ ਦੇਵਤਿਆਂ ਦੀ ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਵਸਦੇ ਹੋ। ਪਰ ਮੈਂ ਅਤੇ ਮੇਰਾ ਘਰਾਨਾ ਯਹੋਵਾ ਹੀ ਦੀ ਉਪਾਸਨਾ ਕਰਨਗੇ। ਸਾਡੇ ਲਈ ਇਹ ਜੋ ਵਚਨ ਹੈ ਇਹ ਇੱਕ ਅਦਭੁਤ ਵਚਨ ਹੈ, ਜਿਸ ਵਿੱਚ ਯਹੋਸ਼ੂ ਨੇ ਆਪਣੀ ਪ੍ਰਜਾ ਦੇ ਲਈ ਇੱਕ ਸੰਦੇਸ਼ ਛੱਡਿਆ। ਔਰ ਉਹ ਸੰਦੇਸ਼ ਦਾ ਜੋ ਵਿਸ਼ਾ ਹੈ ਮੈਂ ਆਪ ਦੇ ਅੱਗੇ ਰੱਖਣਾ ਚਾਹੁੰਦਾ, ਆਪ ਦੀ ਚੋਣ, ਸੈਲਫ ਚੁਆਇਸ। ਇਸ ਦੇ ਵਿੱਚ ਯਹੋਸ਼ੂ ਨੇ ਕੋਈ ਦਬਾਅ ਨਹੀਂ ਪਾਇਆ। ਇਸ ਦੇ ਵਿੱਚ ਯਹੋਸ਼ੂ ਨੇ ਕਿਸੇ ਪ੍ਰਕਾਰ ਦੀ ਉਹਨਾਂ ਨਾਲ ਜ਼ਬਰਦਸਤੀ ਨਹੀਂ ਕੀਤੀ। ਇਸ ਵਿੱਚ ਯਹੋਸ਼ੂ ਉਹਨਾਂ ਨੂੰ ਸੈਲਫ ਚੁਆਇਸ ਔਰ ਸੈਲਫ ਡਿਸੀਜਨ ਲੈਣ ਦੇ ਲਈ ਉਹਨਾਂ ਨੂੰ ਕਹਿ ਰਿਹਾ ਹੈ, ਕਿਉਂਕਿ ਯਹੋਸ਼ੂ ਇਸ ਜੀਵਨ ਦੇ ਬਾਰੇ ਬਹੁਤ ਕੁਝ ਉਹਨਾਂ ਦੇ ਜੀਵਨ ਦੇ ਬਾਰੇ ਇਸ ਆਇਤ ਦੇ ਵਿੱਚ ਦੱਸਣਾ ਚਾਹੁੰਦਾ ਹੈ। ਇੱਥੇ ਮੈਂ ਕੁਝ ਗੱਲਾਂ ਆਪ ਦੇ ਨਾਲ ਕਰਨਾ ਚਾਹੁੰਦਾ ਹਾਂ ਔਰ ਇਹ ਗੱਲਾਂ ਜੋ ਮੇਰਾ ਕੱਲ ਮੈਸੇਜ ਸੀ ਵਰਲਡ ਸੈਪਰੇਸ਼ਨ, ਉਸੇ ਤੇ ਇਹ ਚੱਲ ਰਹੀਆਂ ਹਨ। ਔਰ ਇੱਥੇ ਵੀ ਇੱਕ ਵਰਲਡ ਸੈਪਰੇਸ਼ਨ ਦਾ ਜੋ ਯਹੋਸ਼ੂ ਨੇ ਇਸਰਾਇਲ ਨੂੰ ਡਿਸੀਜਨ ਲੈਣ ਦੇ ਲਈ ਇੱਕ ਗੱਲ ਕਹੀ ਹੈ। ਔਰ ਅੱਜ ਦੇ ਸਮੇਂ ਦੇ ਵਿੱਚ ਵਿਸ਼ਵਾਸੀਆਂ ਨੂੰ ਵੀ ਇਸ ਬੁਰੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਡਿਸੀਜਨ ਲੈਣ ਦੀ ਜ਼ਰੂਰਤ ਹੈ। ਔਰ ਇਹ ਡਿਸੀਜਨ ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਮਿਲਾਪ ਦੇ ਨਾਲ ਔਰ ਪਰਮੇਸ਼ਵਰ ਦੀ ਜਿਉਂਦੀ ਆਸ ਦੇ ਨਾਲ ਜੁੜਿਆ ਹੋਇਆ ਡਿਸੀਜਨ ਹੋਵੇਗਾ। ਕਿਉਂਕਿ ਇੱਥੇ ਯਹੋਸ਼ੂ ਨੇ ਇੱਕ ਗੱਲ ਜ਼ਰੂਰ ਆਖੀ ਹੈ ਜਿਹੜੀ ਬੜੀ ਸੁੰਦਰ ਹੈ। ਕਹਿੰਦਾ, ਅਤੇ ਜੇ ਤੁਹਾਡੀ ਨਿਗਾਹ ਵਿੱਚ ਯਹੋਵਾ ਦੀ ਉਪਾਸਨਾ ਬੁਰੀ ਲੱਗੇ। ਜੇ ਸ਼ਬਦ ਯੂਜ਼ ਕੀਤਾ ਗਿਆ ਹੈ, ਪਰੰਤੂ ਸ਼ਬਦ ਇਸ ਗੱਲ ਦੇ ਲਈ ਯੂਜ਼ ਕੀਤਾ ਜਾਂਦਾ ਹੈ, ਜੇ ਤੁਹਾਡੀ ਨਜ਼ਰ ਵਿੱਚ ਪਰਮੇਸ਼ਵਰ ਦੀ ਭਗਤੀ ਕਰਨੀ, ਯਿਸੂ ਮਸੀਹ ਦੀ ਭਗਤੀ ਕਰਨੀ ਬੁਰੀ ਲੱਗਦੀ ਹੈ ਤਾਂ ਅੱਜ ਚੁਣਾਵ ਕਰ ਲਓ। ਕਿਉਂਕਿ ਤੁਹਾਨੂੰ ਜ਼ਬਰਦਸਤੀ ਨਹੀਂ ਕੀਤਾ ਜਾਂਦਾ। ਚਰਚ ਦੇ ਵਿੱਚ ਜ਼ਬਰਦਸਤੀ ਨਹੀਂ ਕਿਹਾ ਜਾਂਦਾ ਤੁਸੀਂ ਆਹ ਕੰਮ ਕਰੋ, ਤੁਸੀਂ ਇਹ ਕਰੋ। ਪਰਮੇਸ਼ਵਰ ਨੇ ਫਰੀडम ਦੇ ਦਿੱਤੀ ਹੈ। ਪਰਮੇਸ਼ਵਰ ਨੇ ਆਪਣਾ ਪੁੱਤਰ ਕਲਵਰੀ ਕਰੂਸ ਦੇ ਉੱਤੇ ਮੇਰੇ ਪਾਪਾਂ ਲਈ ਦੇ ਦਿੱਤਾ ਹੈ। ਹੁਣ ਡਿਸੀਜਨ ਆਪ ਦਾ ਹੈ ਕਿ ਤੁਸੀਂ ਪਾਪਾਂ ਦੇ ਵਿੱਚ ਮਰਨਾ ਹੈ ਜਾਂ ਜੀਵਨ ਨੂੰ ਪ੍ਰਾਪਤ ਕਰਨਾ ਹੈ। ਇਹ ਚੁਣਾਵ ਆਪ ਦਾ ਹੈ। ਇੱਕ ਪਾਸੇ ਸੰਸਾਰ ਦੀ ਚਕਮਕ ਹੈ, ਦੂਜੇ ਪਾਸੇ ਪਰਮੇਸ਼ਵਰ ਦੇ ਅਨੰਤ ਜੀਵਨ ਦੀ ਗੱਲ ਹੈ। ਚੂਜ਼ ਮਤਲਬ ਕਿ ਚੂਜ਼ਨ ਤੁਸੀਂ ਕਰਨਾ ਹੈ, ਚੁਣਾਵ ਤੁਸੀਂ ਕਰਨਾ, ਚੋਣ ਤੁਸੀਂ ਕਰਨੀ ਹੈ ਕਿ ਮੈਂ ਕਿੱਧਰ ਜਾਣਾ ਹੈ। ਪਹਿਲੀ ਗੱਲ ਇੱਥੇ ਜਦੋਂ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਸਾਰੇ ਲੋਕਾਂ ਨੂੰ
ਆਪਣੇ ਨਾਲ ਵਿਅਕਤੀਗਤ ਸੰਬੰਧ ਬਣਾਉਣ ਦੇ ਲਈ ਕਹਿ ਰਿਹਾ ਹੈ। ਵਿਅਕਤੀਗਤ ਸੰਬੰਧ ਕਿਹਦੇ ਲਈ? ਪਰਮੇਸ਼ਵਰ ਦੇ ਨਾਲ। ਵਿਅਕਤੀਗਤ ਸੰਬੰਧ, ਪਰਸਨਲ। ਮੇਰਾ ਸੰਬੰਧ ਪਰਮੇਸ਼ਵਰ ਦੇ ਨਾਲ ਕਿੱਦਾਂ? ਮੇਰਾ ਪਤਨੀ ਦੇ ਨਾਲ ਕੀ ਵਿਵਹਾਰ ਹੈ, ਮੇਰਾ ਬੇਟੀ ਦੇ ਨਾਲ ਕੀ ਵਿਵਹਾਰ ਹੈ, ਮੇਰਾ ਰਿਸ਼ਤੇਦਾਰਾਂ ਨਾਲ ਕੀ ਵਿਵਹਾਰ ਹੈ, ਮੇਰਾ ਸਮਾਜ ਦੇ ਨਾਲ ਕੀ ਵਿਵਹਾਰ ਹੈ, ਮੇਰੇ ਆਫੀਸ਼ੀਅਲ ਸਰਕਲ ਦੇ ਵਿੱਚ ਮੇਰਾ ਉਹਨਾਂ ਲੋਕਾਂ ਦੇ ਨਾਲ ਕੀ ਵਿਵਹਾਰ ਹੈ। ਇਹ ਵਿਅਕਤੀਗਤ ਜੀਵਨ ਦੇ ਬਾਰੇ ਪਰਮੇਸ਼ਵਰ ਤੁਹਾਡੇ ਕੋਲੋਂ ਵਿਅਕਤੀਗਤ ਚੀਜ਼ਾਂ ਚਾਹੁੰਦਾ ਹੈ ਕਿ ਤੁਹਾਡਾ ਮੇਰੇ ਨਾਲ ਵਿਅਕਤੀਗਤ ਸੰਬੰਧ ਕਿਹੋ ਜਿਹਾ ਹੈ। ਕੀ ਤੁਸੀਂ ਮੇਰੇ ਨਾਲ ਸੰਬੰਧ ਰੱਖਣਾ ਚਾਹੁੰਦੇ ਹੋ ਜਾਂ ਨਹੀਂ? ਪਰਮੇਸ਼ਵਰ ਸਭ ਕੁਝ ਜਾਣਦਾ ਹੈ। ਪਰਮੇਸ਼ਵਰ ਤੋਂ ਕੁਝ ਛੁਪਿਆ ਹੋਇਆ ਨਹੀਂ। ਤੁਹਾਡੀ ਲਾਈਫ ਦੀ ਇੱਕ ਇੱਕ ਗੱਲ ਪਰਮੇਸ਼ਵਰ ਦੇ ਅੱਗੇ ਰਿਕਾਰਡ ਕੀਤੀ ਜਾ ਰਹੀ ਹੈ। ਉਹਦੇ ਕੋਲ ਪੋਥੀਆਂ ਹੈ, ਉਹਦੇ ਵਿੱਚ ਮੇਰਾ ਸਾਰਾ ਅਕਾਊਂਟ, ਮੇਰਾ ਸਾਰਾ ਹਿਸਾਬ ਕਿਤਾਬ ਲਿਖਿਆ ਜਾ ਰਿਹਾ ਹੈ। ਉਹ ਛੁਪ ਨਹੀਂ ਸਕਦਾ। ਜੋ ਮੈਂ ਬੰਦ ਕਮਰੇ ਦੇ ਵਿੱਚ ਕਰ ਰਿਹਾ, ਜੋ ਮੈਂ ਇਸ ਬੰਦ ਕਮਰੇ ਦੇ ਵਿੱਚ ਬੁਰੀ ਸੋਚ ਰੱਖ ਰਿਹਾ, ਉਹ ਸਭ ਪਰਮੇਸ਼ਵਰ ਦੇ ਰਿਕਾਰਡ ਵਿੱਚ ਚੱਲ ਰਿਹਾ ਹੈ। ਤੁਸੀਂ ਚੋਰੀ ਛਿਪੇ ਕਿਹੜਾ ਕੰਮ ਕਰ ਰਹੇ ਹੋ, ਤੁਸੀਂ ਪ੍ਰੈਕਟੀਕਲ ਦੇ ਵਿੱਚ, ਵਾਸਤਵਿਕਤਾ ਦੇ ਵਿੱਚ ਕਿਹੜਾ ਕੰਮ ਕਰ ਰਹੇ ਹੋ, ਪਰਮੇਸ਼ਵਰ ਜਾਣਦਾ ਹੈ। ਇਸ ਲਈ ਪਰਮੇਸ਼ਵਰ ਕਹਿੰਦਾ ਹੈ ਕਿ ਤੁਹਾਡਾ ਮੇਰੇ ਨਾਲ ਵਿਅਕਤੀਗਤ ਸੰਬੰਧ ਸਹੀ ਹੋਣਾ ਚਾਹੀਦਾ ਹੈ। ਜੇ ਸਹੀ ਨਹੀਂ ਤਾਂ ਪਰਮੇਸ਼ਵਰ ਦੀ ਭਗਤੀ ਕਰਨੀ ਵਿਅਰਥ ਹੈ। ਪਰਮੇਸ਼ਵਰ ਇੱਥੇ ਯਹੋਸ਼ੂ ਦੇ ਨਾਲ ਇਹੋ ਗੱਲ ਸਾਡੇ ਜੀਵਨ ਵਿੱਚ ਕਰ ਰਿਹਾ ਹੈ। ਉਹ ਕਹਿੰਦਾ ਹੈ ਆਪਣੇ ਨਾਲ ਵਿਅਕਤੀਗਤ ਸੰਬੰਧ ਬਣਾਉਣ ਦੇ ਲਈ ਬੁਲਾਉਂਦਾ ਹੈ, ਪਰ ਕਿਸੇ ਦੇ ਨਾਲ ਜ਼ਬਰਦਸਤੀ ਨਹੀਂ ਕਰਦਾ। ਪਰਮੇਸ਼ਵਰ ਨੇ ਅੱਜ ਤੱਕ ਕਦੇ ਵੀ ਕਿਸੇ ਦੇ ਨਾਲ ਵਿਅਕਤੀਗਤ ਕੋਈ ਵੀ ਜ਼ਬਰਦਸਤੀ ਨਹੀਂ ਕੀਤੀ ਹੈ। ਉਹ ਤੁਹਾਡੇ ਨਾਲ ਜੀਵਨ ਬਣਾਉਣਾ ਚਾਹੁੰਦਾ ਹੈ। ਉਹ ਤੁਹਾਡੇ ਨਾਲ ਆਪਣੀ ਜ਼ਿੰਦਗੀ ਦੇਣਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਨਾਲ ਉਸ ਦੀ ਪਵਿੱਤਰ ਜ਼ਿੰਦਗੀ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰੋ, ਜਿਸ ਦੇ ਵਿੱਚ ਪਰਮੇਸ਼ਵਰ ਦਾ ਪ੍ਰੇਮ ਹੈ, ਜਿਸ ਦੇ ਵਿੱਚ ਪਰਮੇਸ਼ਵਰ ਦੀ ਸ਼ਾਂਤੀ ਹੈ, ਜਿਸ ਦੇ ਵਿੱਚ ਪਰਮੇਸ਼ਵਰ ਦੀ ਭਲਾਈ ਹੈ, ਜਿਸ ਦੇ ਵਿੱਚ ਪਰਮੇਸ਼ਵਰ ਦੀ ਦਇਆ ਹੈ, ਜਿਸ ਵਿੱਚ ਪਰਮੇਸ਼ਵਰ ਦੀ ਕਿਰਪਾ ਮੇਰੇ ਜੀਵਨ ਦੇ ਲਈ ਹੈ, ਮਸੀਹ ਯਿਸੂ ਦੇ ਵਿੱਚ। ਜ਼ਬਰਦਸਤੀ ਨਹੀਂ ਕਰ ਰਿਹਾ। ਇਹ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਲਈ ਕੀ ਜ਼ਰੂਰੀ ਹੈ, ਇਹ ਤੁਸੀਂ ਦੇਖਣਾ ਹੈ। ਪਰ ਯਹੋਸ਼ੂ ਨੇ ਆਪਣੇ ਲੋਕਾਂ ਨੂੰ ਦੱਸ ਦਿੱਤਾ ਮੇਰੇ ਲਈ, ਮੇਰੇ ਵਿਅਕਤੀਗਤ ਜੀਵਨ ਦੇ ਲਈ, ਮੇਰੇ ਪਰਿਵਾਰ ਦੇ ਲਈ ਕੀ ਜ਼ਰੂਰੀ ਹੈ। ਜੇ ਯਹੋਸ਼ੂ ਨੂੰ ਵਿਅਕਤੀਗਤ ਜੀਵਨ ਦੇ ਲਈ ਇਹ ਫੈਸਲਾ ਉਸਨੇ ਲਿਆ ਹੈ ਤਾਂ ਪਰਮੇਸ਼ਵਰ ਨੇ ਉਸ ਨੂੰ ਆਸ਼ੀਸ਼ ਵੀ ਦਿੱਤੀ ਹੈ, ਕਿਉਂਕਿ ਪਰਮੇਸ਼ਵਰ ਨੇ ਯਹੋਸ਼ੂ ਦੇ ਨਾਲ ਕੀ ਵਾਅਦਾ ਕੀਤਾ ਸੀ। ਮੈਂ ਆਪ ਦੇ ਨਾਲ ਉਹ ਪੜ੍ਹਨਾ ਚਾਹੁੰਦਾ ਹਾਂ। ਯਹੋਸ਼ੂ ਦੀ ਪੁਸਤਕ 1 ਅਧਿਆਏ, ਯਹੋਸ਼ੂ ਦੀ ਪੁਸਤਕ ਉਸ ਦਾ 1 ਅਧਿਆਏ, ਪਹਿਲਾਂ ਮੈਂ ਉਸ ਦੀ 5 ਆਇਤ ਆਪ ਦੇ ਅੱਗੇ ਪੜਾਂਗਾ, ਜਿਹੜੀ ਪਰਮੇਸ਼ਵਰ ਨੇ ਉਸ ਨਾਲ ਗੱਲ ਕੀਤੀ ਸੀ। ਕਹਿੰਦਾ ਤੇਰੀ ਸਾਰੀ ਅਵਸਥਾ ਵਿੱਚ ਕੋਈ ਮਨੁੱਖ ਤੇਰੇ ਸਾਹਮਣੇ ਨਾ ਆਕੜੇਗਾ। ਜਿਵੇਂ ਮੈਂ ਮੂਸਾ ਦੇ ਸੰਗ ਰਿਹਾ ਤਿਵੇਂ ਤੇਰੇ ਸੰਗ ਵੀ ਰਹਾਂਗਾ। ਮੈਂ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਤਿਆਗਾਂਗਾ। ਯਹੋਸ਼ੂ ਦੇ ਨਾਲ ਪਰਮੇਸ਼ਵਰ ਦਾ ਪਰਸਨਲ ਵਾਅਦਾ। ਜੇ ਯਹੋਸ਼ੂ ਨੇ ਪਰਮੇਸ਼ਵਰ ਦੇ ਨਾਲ ਚੱਲਣ ਦਾ ਵਾਅਦਾ ਕੀਤਾ ਹੈ ਤਾਂ ਪਰਮੇਸ਼ਵਰ ਨੇ ਵੀ ਉਸ ਨੂੰ ਕਿਹਾ ਹੈ ਕਿ ਮੈਂ ਤੇਰੇ ਜੀਵਨ ਭਰ ਮੈਂ ਤੇਰੇ ਨਾਲ ਰਹਾਂਗਾ, ਮੈਂ ਤੈਨੂੰ ਨਾ ਕਦੇ ਛੱਡਾਂਗਾ ਨਾ ਕਦੇ ਤਿਆਗਾਂਗਾ। ਔਰ ਉਸ ਨੂੰ ਸੀਕ੍ਰੇਟ ਵੀ ਦਿੱਤਾ ਚੱਲਣ ਦਾ ਕਿ ਤੂੰ ਜੇ ਮੇਰੇ ਪਿੱਛੇ ਚੱਲਣਾ ਹੈ, ਇਸ ਸੰਸਾਰ ਤੋਂ ਬਚ ਕੇ ਚੱਲਣਾ ਹੈ, ਇਸ ਸੰਸਾਰ ਤੋਂ ਤੂੰ ਕਿਵੇਂ ਬਚ ਕੇ ਚੱਲ ਸਕਦਾ ਹੈ, ਕਿਵੇਂ ਤੂੰ ਇਸ ਸੰਸਾਰ ਦੇ ਵਿੱਚ ਮੇਰੇ ਨਾਲ ਖੜਾ ਰਹਿ ਸਕਦਾ ਹੈ। ਉਸ ਦਾ ਪਰਮੇਸ਼ਵਰ ਨੇ ਉਹਨੂੰ ਸੀਕ੍ਰੇਟ ਭਾਵ ਉਸ ਨੂੰ ਰਹੱਸ ਵੀ ਦਿੱਤਾ। ਕੀ ਦਿੱਤਾ? ਜਦੋਂ 8 ਆਇਤ ਦੇ ਵਿੱਚ ਪੜ੍ਹਦੇ, ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੇ ਵੱਖਰੇ ਨਾ ਹੋਵੇ, ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ, ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ, ਉਸ ਨੂੰ ਪੂਰਾ ਕਰੇ, ਤਾਂ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਗਾ ਅਤੇ ਤੇਰਾ ਬੋਲਬਾਲਾ ਹੋਵੇਗਾ। ਯਹੋਸ਼ੂ ਦਾ ਬੋਲਬਾਲਾ ਹੋਇਆ ਕਿਉਂਕਿ ਉਹ ਪਰ ਪੂਰੇ ਜੀਵਨ ਦੇ ਵਿੱਚ ਇਸ ਪੋਥੀ ਦੇ ਵਿੱਚ ਜੋ ਸ਼ਰ੍ਹਾਂ ਦੀਆਂ ਗੱਲਾਂ ਲਿਖੀਆਂ ਉਸ ਦੇ ਅਨੁਸਾਰ ਚੱਲਿਆ, ਉਸ ਦੇ ਅਨੁਸਾਰ ਉਸਨੇ ਆਪਣਾ ਜੀਵਨ ਬਤੀਤ ਕੀਤਾ।
ਉਸ ਦੇ ਅਨੁਸਾਰ ਉਸਨੇ ਆਪਣੀ ਜ਼ਿੰਦਗੀ ਨੂੰ ਉਸ ਤੇ ਨਿਮਿਤ ਆਪਣੇ ਆਪ ਨੂੰ ਖੜਾ ਕੀਤਾ। ਔਰ ਫਿਰ ਆਖੀਰ ਦੇ ਵਿੱਚ ਪਰਮੇਸ਼ਰ ਹੌਸਲਾ ਕੀ ਦਿੰਦਾ ਹੈ ਉਹਨੂੰ, ਮੈਂ ਉਹ ਵੀ ਪੜ੍ਹ ਰਿਹਾ। ਪਹਿਲੀ ਗੱਲ, ਪਰਮੇਸ਼ਰ ਨੇ ਉਸ ਦੇ ਨਾਲ ਜੋ ਵਾਅਦਾ ਕੀਤਾ, ਹੌਸਲਾ ਰੱਖ, ਮੈਂ ਤੇਰੇ ਨਾਲ ਹਾਂ, ਮੈਂ ਤੈਨੂੰ ਨਾ ਕਦੇ ਛੱਡਾਂਗਾ ਨਾ ਕਦੇ ਤਿਆਗਾਂਗਾ। ਦੂਸਰੀ ਗੱਲ, ਪਰਮੇਸ਼ਰ ਨੇ ਉਸ ਨੂੰ ਭੇਤ ਦਿੱਤਾ ਔਰ ਉਸ ਭੇਤ ਦੇ ਵਿੱਚ ਦੱਸਿਆ ਤੂੰ ਸਫਲ ਹੋਵੇਂਗਾ ਅਤੇ ਤੇਰਾ ਬੋਲਬਾਲਾ। ਉਹ ਵੀ ਯਹੋਸ਼ੂ ਦੇ ਜੀਵਨ ਦੇ ਅੰਤਿਮ ਘੜੀਆਂ 'ਚ ਦੇਖਦੇ ਆ ਕਿਸ ਤਰ੍ਹਾਂ ਉਸ ਨੂੰ ਯੁੱਧ ਦੇ ਵਿੱਚ ਜਿੱਤ ਦਿੱਤੀ ਅਤੇ ਯੁੱਧ ਦੇ ਵਿੱਚ ਪਰਮੇਸ਼ਰ ਨੇ ਉਹਨੂੰ ਆਰਾਮ ਦਿੱਤਾ। ਔਰ ਅੰਤਿਮ ਗੱਲ, ਪਰਮੇਸ਼ਰ ਉਸ ਨੂੰ ਕਰਨ ਦੇ ਲਈ ਜੋ ਕਹਿ ਰਿਹਾ, ਉਹ ਕੀ ਕਹਿ ਰਿਹਾ 9 ਆਇਤ ਦੇ, ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ ਤਗੜਾ ਹੋ ਅਤੇ ਹੌਸਲਾ ਰੱਖ। ਇਹਦਾ ਮਤਲਬ ਪਰਮੇਸ਼ਰ ਜਦੋਂ ਅਸੀਂ ਮਸੀਹੀ ਜੀਵਨ ਵਿੱਚ ਚੱਲਦੇ ਹਾਂ, ਸਾਡੇ ਵਿਰੋਧ ਦੇ ਵਿੱਚ ਸਾਡੇ ਲੋਕ ਖੜੇ ਹੋ ਜਾਂਦੇ ਆ, ਸਾਡੇ ਆਪਣੇ ਖੜੇ ਹੋ ਜਾਂਦੇ ਆ, ਸਾਡੇ ਕਲੀਸਿਆ ਦੇ ਲੋਕ ਖੜੇ ਹੋ ਜਾਂਦੇ ਆ। ਸਾਨੂੰ ਉਹਨਾਂ ਵੱਲ ਦੇਖਣ ਦੀ ਲੋੜ ਨਹੀਂ। ਕਿਹਦੇ ਵੱਲ ਦੇਖਣ ਦੀ ਲੋੜ ਹੈ? ਸੀ ਦਾ ਲੋੜ। ਜਿਸ ਪਰਮੇਸ਼ਰ ਨੇ ਯਹੋਸ਼ੂ ਨੂੰ ਕਿਹਾ ਤਗੜਾ ਹੋ, ਹੌਸਲਾ ਰੱਖ, ਜੋ ਇਹ ਦੇਸ਼ ਜਿਹਦੀ ਮੈਂ ਇਹ ਤੇਰੇ ਪਿਓ ਦਾਦਿਆਂ ਦੇ ਨਾਲ ਸਹੁੰ ਖਾਦੀ ਹੈ, ਮੈਂ ਤੈਨੂੰ ਦਿਆਂਗਾ ਔਰ ਉਹਦੇ ਲਈ ਮੈਂ ਤੈਨੂੰ ਨਾ ਕਦੇ ਛੱਡਾਂਗਾ ਨਾ ਕਦੇ ਤਿਆਗਾਂਗਾ। I am your God. I am living God. ਮੈਂ ਜਿੰਦਾ ਪਰਮੇਸ਼ਰ ਹਾਂ, ਮੈਂ ਤੇਰੇ ਨਾਲ ਹਾਂ। ਫਿਰ ਉਹ ਕਹਿੰਦਾ ਹੈ ਕਿ ਮੈਂ ਤੈਨੂੰ ਹੁਕਮ ਨਹੀਂ ਦਿੱਤਾ ਤਗੜਾ ਹੋ, ਹੌਸਲਾ ਰੱਖ, ਨਾ ਕੰਬ ਅਤੇ ਨਾ ਕਾਬਰ, ਕਿਉਂ ਜੋ ਯਹੋਵਾ ਤੇਰਾ ਪਰਮੇਸ਼ਰ ਜਿੱਥੇ ਤੂੰ ਜਾਵੇਂਗਾ ਤੇਰੇ ਸੰਗ ਹੈ। ਜਿੱਥੇ ਤੂੰ ਜਾਵੇਂਗਾ, ਚਾਹੇ ਦੇਸ਼ ਹੋਵੇ ਚਾਹੇ ਪਰਦੇਸ ਹੋਵੇ, ਪਰਮੇਸ਼ਰ ਤੇਰੇ ਨਾਲ ਹੋਵੇਗਾ। ਪਰਮੇਸ਼ਰ ਤੈਨੂੰ ਛੱਡੇਗਾ ਨਹੀਂ ਜੇ ਤੂੰ ਉਸ ਦੇ ਨਾਲ ਵਿਅਕਤੀਗਤ ਸੰਬੰਧ ਪਵਿੱਤਰਤਾ ਦੇ ਨਾਲ ਬਣਾ ਕੇ ਰੱਖੇਗਾ। ਪਰ ਪਰਮੇਸ਼ਰ ਇੱਕ ਗੱਲ ਇੱਥੇ ਮੈਨੂੰ ਅਤੇ ਆਪ ਨੂੰ ਕਹਿ ਰਿਹਾ, ਕੀ ਕਹਿ ਰਿਹਾ, ਮੈਂ ਉਹ ਵੀ ਆਪ ਦੇ ਨਾਲ ਪੜ੍ਹਨਾ ਚਾਹੁੰਦਾ ਹਾਂ। ਵਿਵਸਥਾ ਸਾਰ ਦੀ ਪੁਸਤਕ ਉਸਦਾ 13 ਆਇਤ, ਵਿਵਸਥਾ ਸਾਰ ਦੀ ਪੁਸਤਕ ਉਸਦਾ 13 ਵਿਵਸਥਾ ਸਾਰ ਦੀ ਪੁਸਤਕ 12 ਅਧਿਆਏ 12 ਦਾ ਮੈਂ ਆਪ ਦੇ ਲਈ 29 ਤੋਂ ਆਪ ਦੇ ਲਈ ਪੜ੍ਹ ਰਿਹਾ, 29 ਤੋਂ 32। ਧਿਆਨ ਨਾਲ ਸੁਣਨਾ ਹੈ, ਬੜੀ ਇੰਪੋਰਟੈਂਟ ਗੱਲ ਹੈ ਔਰ ਇਸ ਦਾ ਚੂਜ਼ਨ ਤੁਸੀਂ ਕਰਨਾ, ਆਪਣੇ ਵਿਅਕਤੀਗਤ ਜੀਵਨ ਦੇ ਵਿੱਚ ਕਰਨਾ। ਜਾਂ ਤਾਂ ਤੁਸੀਂ ਸੰਸਾਰ ਦੇ ਵਿੱਚ ਚਲੇ ਜਾਓ ਜਾਂ ਸੰਸਾਰ ਤੋਂ ਵੱਖਰੇ ਹੋ ਜਾਓ। ਸੈਲਫ ਚੂਜ਼ਨ, ਸੈਲਫ ਡਿਸੀਜ਼ਨ ਇਹ ਤੁਸੀਂ ਲੈਣਾ। ਇੱਥੇ ਕੀ ਕਹਿ ਰਿਹਾ ਹੈ? ਕਹਿੰਦਾ ਜਦ ਯਹੋਵਾ ਤੁਹਾਡਾ ਪਰਮੇਸ਼ਰ ਪਰਾਈਆਂ ਕੌਮਾਂ ਨੂੰ ਤੁਹਾਡੇ ਅੱਗੇ ਕੱਢ ਸੁੱਟੇ, ਜਿੱਥੇ ਤੁਸੀਂ ਉਹਨਾਂ ਉੱਤੇ ਕਬਜ਼ਾ ਕਰਨ ਲਈ ਜਾਂਦੇ ਹੋ ਅਤੇ ਤੁਸੀਂ ਉਹਨਾਂ ਉੱਤੇ ਕਾਬੂ ਪਾ ਕੇ ਉਹਨਾਂ ਦੀ ਧਰਤੀ ਵਿੱਚ ਵਸ ਜਾਓ, ਤਾਂ ਖਬਰਦਾਰ ਰਹਿਣਾ। ਕੀ ਲਿਖਿਆ ਜੀ? ਖਬਰਦਾਰ ਰਹਿਣਾ, ਚੌਕਸ, ਚੌਕੰਨੇ, ਵੀ ਅਲਰਟ। ਕਿਉਂ ਕਹਿ ਰਿਹਾ ਪਰਮੇਸ਼ਰ? ਅੱਗੇ ਸੁਣਨਾ, ਖਬਰਦਾਰ ਰਹਿਣਾ, ਉਹਨਾਂ ਦੇ ਪਿੱਛੇ ਲੱਗ ਕੇ ਫਸ ਨਾ ਜਾਣਾ। ਜਦ ਉਹ ਤੁਹਾਡੇ ਅੱਗੇ ਨਾਸ ਕੀਤੇ ਗਏ ਹੋਣ, ਤੁਸੀਂ ਉਹਨਾਂ ਦੇ ਦੇਵਤਿਆਂ ਦੇ ਵਿਖੇ ਨਾ ਪੁੱਛਣਾ, ਇਹ ਪਰਾਈਆਂ ਕੌਮਾਂ ਕਿਵੇਂ ਆਪਣੇ ਦੇਵਤਿਆਂ ਦੀਆਂ ਪੂਜਾ ਕਰਦੀਆਂ ਹਨ, ਤਾਂ ਜੋ ਅਸੀਂ ਵੀ ਇਵੇਂ ਹੀ ਕਰੀਏ। ਕਈ ਲੋਕ ਮਸੀਹ 'ਚ ਹੋ ਕੇ ਇਹ ਕਰ ਰਹੇ ਆ ਕਿਉਂਕਿ ਉਹਨਾਂ ਦੇ ਪਾਸਵਾਨ ਸਿਖਾਉਂਦੇ, ਕੋਈ ਨਹੀਂ ਤੁਸੀਂ ਮੱਥਾ ਟੇਕ ਕੇ ਪ੍ਰਾਰਥਨਾ ਕਰ ਲਿਓ, ਤੁਹਾਡੇ ਲਈ ਪ੍ਰਭੂ ਆਸ਼ੀਸ਼ ਦੇਵੇਗਾ। ਕੋਈ ਨਹੀਂ ਪ੍ਰਸ਼ਾਦ ਲੈ ਕੇ ਆਪਣਾ ਪ੍ਰਾਰਥਨਾ ਕਰ ਲਿਓ, ਪ੍ਰਭੂ ਤੁਹਾਨੂੰ ਆਪਣਾ ਉਸ ਦੇ ਵਿੱਚ ਸ਼ੁੱਧ ਕਰ ਦੇਵੇਗਾ। ਬਾਈਬਲ ਦੇ ਵਿੱਚ ਲਿਖਿਆ ਹੈ ਤੁਸੀਂ ਉਹਨਾਂ ਦੇ ਦੇਵਤਿਆਂ ਵੱਲ ਨਾ ਤਾਂ ਦੇਖਣਾ ਹੈ, ਨਾ ਸੁਣਨਾ ਹੈ, ਨਾ ਉਹਨਾਂ ਜਿਹੇ ਕੰਮ ਕਰਨੇ ਹੈ। 3 ਗੱਲਾਂ ਮੈਂ ਆਪ ਨੂੰ ਦੱਸ ਰਿਹਾ, ਨਾ ਦੇਖਣਾ ਹੈ, ਨਾ ਸੁਣਨਾ ਹੈ, ਨਾ ਉਹਨਾਂ ਜਿਹੇ ਕੰਮ ਕਰਨੇ ਹੈ। ਜੇ ਕਰ ਰਹੇ ਹੋ ਤਾਂ ਪਰਮੇਸ਼ਰ ਕਹਿੰਦਾ ਤੁਹਾਡਾ ਮੇਰੇ ਨਾਲ ਕੋਈ ਵਾਸਤਾ ਨਹੀਂ। I am holy God, ਮੈਂ ਪਵਿੱਤਰ ਪਰਮੇਸ਼ਰ ਹਾਂ। ਪਵਿੱਤਰਤਾ ਦਾ ਅਪਵਿੱਤਰਤਾ ਦੇ ਨਾਲ ਕੀ ਮੇਲ? ਬੇਪਰਤੀਤਿਆਂ ਦਾ ਪ੍ਰਤੀਤਵਾਨ ਦੇ ਨਾਲ ਕੀ ਮੇਲ?
ਅਸੀਂ ਉਹਨਾਂ ਦੇ ਨਾਲ ਬੈਠ ਕੇ ਖਾਂਦੇ ਹਾਂ, ਅਸੀਂ ਉਹਨਾਂ ਦੇ ਨਾਲ ਬੈਠ ਕੇ ਯੋਜਨਾ ਬਣਾਉਂਦੇ ਹਾਂ, ਅਸੀਂ ਉਹਨਾਂ ਦੇ ਨਾਲ ਬੈਠ ਕੇ ਸਭ ਕੁਝ ਕਰਦੇ ਹਾਂ। ਡੈਟ ਇਜ਼ ਰੋਂਗ। परमेश्वर ने मैनू अपना वचन दिता, इस तो सलाह लैनी है, इस तो योजना बनानी है, इस के अनुसार काम करना है। बाइबल दे विच लिखिया कुछ भी करो वचन भावें कर्म सबो कुछ मसीह यसू दे विच करो। असी कर की रहे जे असी संसार दे नाल उस दे चूजन करके चल रहे हैं, मसीह दे विच एक पैर असी मसीह दे विच रखिया, एक उधर, तां गलत है। बाइबल दे विच जदों असी मती दी अंजील 6 अध्याय पढ़ते हैं तो लिखा है, परमेश्वर का दास परमेश्वर प्रभु यीशु मसीह कोई मनुख दो मालकां की सेवा नहीं कर सकता। एक नूं खुश करेगा ते दूसरे की बुराई करेगा। वो कदे प्रभु दे नहीं हो सकते, कदे प्रभु दे नहीं हो सकते। इस करके यहोशू ने कहा, अज चुन लो जिहदी तुसी उपासना करोगे, भावें अमोरियां दे देवतां दी, ਤੁਹਾਡੇ ਪਿਓ ਦਾਦੇ ਜੋ ਦਇਆ ਪਰ ਅਪਾਰ ਸਨ, ਉਪਾਸਨਾ ਕਰਦੇ ਸਨ, ਭਾਵੇਂ ਅਮੋਰੀਆਂ ਦੇ ਦੇਵਤਾ ਦੀ ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਵਸਦੇ ਹੋ, ਪਰ ਮੈਂ ਅਤੇ ਮੇਰਾ ਘਰਾਨਾ ਯਹੋਵਾ ਹੀ ਦੀ ਸੇਵਾ ਕਰਨਗੇ। ਸੈਲਫ ਡਿਸੀਜਨ ਤੁਸੀਂ ਲੈਣਾ ਹੈ, ਸੈਲਫ ਚੂਜ਼ਨ ਤੁਸੀਂ ਕਰਨਾ ਹੈ। ਤੁਸੀਂ ਕਿੱਧਰ ਜਾਣਾ ਚਾਹੁੰਦੇ ਹੋ, ਦਿਖਾਵੇ ਦੇ ਲਈ ਨਹੀਂ ਕਰਨਾ ਹੈ, क्योंकि परमेश्वर जान लैंदा है दिखावे दे लई। दिखावे दे लई जिहड़े काम कर रहे हैं उन्हां दे लई भी परमेश्वर दा दास पौलुस की कहंदा, गलातियां दी पुस्तक 6 अध्याय मैं आप दे लई उहदा भी पढ़ रहा 6 दा 10। गलातियां दी पुस्तक 6 अध्याय उस दा 10 वचन इत्थे लिखिया है, कहंदा उपरंत जिवें हाँ 11 ਵੇਖੋ ਮੈਂ ਆਪਣੇ ਹੱਥੀ ਕਿੰਨੇ ਮੋਟੇ ਅੱਖਰਾਂ ਨਾਲ ਤੁਹਾਨੂੰ ਲਿਖਿਆ ਹੈ, ਜਿੰਨੇ ਲੋਕ ਸਰੀਰ ਵਿੱਚ ਵੱਡਾ ਦਿਖਾਵਾ ਦਿਖਾਉਣਾ ਚਾਹੁੰਦੇ ਹਨ ਉਹ ਬਦੋ ਬਦੀ ਤੁਹਾਡੀ ਸੁਨਨਤ ਕਰਾਉਂਦੇ ਹਨ, ਨੀਰਾ ਇਸ ਕਰਕੇ ਜੋ ਉਹ ਮਸੀਹ ਦੀ ਸਲੀਬ ਦੇ ਕਾਰਨ ਸਤਾਏ ਨਾ ਜਾਣ। ਮਸੀਹ ਦੀ ਸਲੀਬ ਦੇ ਕਾਰਨ ਸਤਾਏ ਨਾ ਜਾਣ। ਇਸ ਕਰਕੇ ਕਈ ਪਾਸਵਾਨ ਕਹਿ ਦਿੰਦੇ ਆ, ਕੋਈ ਗੱਲ ਨਹੀਂ, ਤੁਸੀਂ ਜੇ ਪ੍ਰਸ਼ਾਦ ਲੈ ਕੇ ਪ੍ਰਾਰਥਨਾ ਕਰਕੇ ਖਾ ਲਿਆ ਕੋਈ ਗੱਲ ਨਹੀਂ। ਉਹ ਇਸ ਲਈ ਕਰਦੇ ਆ ਕਿ ਮਸੀਹ ਦੀ ਸਲੀਬ ਦੇ ਕਾਰਨ ਸਤਾਏ ਨਾ ਜਾਣ। ਪੌਲੁਸ ਰਸੂਲ ਜੇਲ੍ਹ ਦੇ ਵਿੱਚ ਕਿਉਂ ਵੱਢਿਆ ਗਿਆ? ਪਤਰਸ ਉਲਟਾ ਕਿਉਂ ਲਟਕ ਗਿਆ? याकूब तलवार दे नाल क्यों वड्या गया? यशाया आरी दे नाल क्यों कट्टिया गया? क्योंकि उन्होंने समझौता नहीं किया मेरे प्यारो, उन्होंने दिखावा नहीं किया, उन्होंने वास्तविक रीति दे नाल अपनी आज़ादी दे नाल व्यक्तिगत रीति नाल परमेश्वर दे पिछे चलण दा फैसला लिया। इसलिए वो मसीह के कारण सताए गए और मसीह के कारण उन्होंने अपने जीवन को परमेश्वर को दे दिता। अज जदों न्याय होवेगा परमेश्वर की अदालत दे विच तां सराए जाणगे। बाइबल दे विच लिखिया है परमेश्वर आप उन्हों दा खड़ा होकर स्वागत करेगा और उन्होंने कहेगा, है मेरे पिता दे मुबारक लोगो आओ, ये राज जो मुढ़ों तुहाडे लई तैयार किया गया है, इसके वारिस होवो, इसके अधिकारी होवो। ये उन्हां दे लई है जिन्हां ने सैल्फ डिसीजन परमेश्वर दे पिछे चलण दा लिया है। चाहे उन्हां नूं औकड़ां आईयां, चाहे मुसीबतां आईयां, चाहे रिश्तेदारां चों ताने मिले, चाहे उन्हां नूं परिवारां दे विचों कढ दित्ता गया, चाहे उन्हां नूं मार दित्ता गया, चाहे उन्हां दे नाल बदखोई कीती गई, चाहे उन्होंने लज्जावान किया गया, पर उन्होंने मसीह नूं नहीं छड्डिया। वो लुक के देवतियां की पूजा नहीं सी करते जिवें दूसरे लोग करते हैं, किते साडे अपने नाराज ना हो जाण। दीवा बाल लिया कोई गल नहीं, कोई पुछूगा उदा बालिया है जी, गलत गल है। चूजन तुसी करना है। जे तुसी एक इन्ना क भी कदम कर रहे हो, मैं अपने कलीसिया दे विच कहा है तुसी संसार जहे काम ना करो।
ਕਈ ਲੋਕ ਆਪਣਾ ਵਿਆਹਾਂ ਦੇ ਵਿੱਚ ਜਾਂਦੇ ਆ, ਚੋਰੀ ਛੁਪੇ ਉੱਥੇ ਭੰਗੜਾ ਪਾਉਂਦੇ ਆ, ਚੋਰੀ ਛੁਪੇ ਆਪਣਾ ਉਹ ਕੰਮ ਕਰਦੇ ਆ ਜਿਹੜੇ ਪਰਮੇਸ਼ਵਰ ਨੂੰ ਪ੍ਰਵਾਨ ਨਹੀਂ। ਬਾਈਬਲ ਦੱਸਦੀ ਹੈ ਇੱਕ ਦਿਨ ਕਿਤਾਬ ਖੁੱਲਣੀ ਹੈ, ਸਭ ਦਾ ਹਿਸਾਬ ਸਭ ਦੇ ਸਾਹਮਣੇ ਹੋਵੇਗਾ, ਤਾਂ ਉੱਥੇ ਮੂੰਹ ਲੁਕਾਉਣ ਨੂੰ ਕੋਈ ਜਗ੍ਹਾ ਨਹੀਂ ਮਿਲੇਗੀ, ਮੂੰਹ ਛੁਪਾਉਣ ਨੂੰ ਕੋਈ ਜਗ੍ਹਾ ਨਹੀਂ ਮਿਲੇਗੀ। ਪਰਮੇਸ਼ਵਰ ਸਭ ਦੇ ਸਾਹਮਣੇ ਉਸ ਨੂੰ ਨੰਗਾ ਕਰ ਦੇਵੇਗਾ। ਪਿਆਰੋ, ਉਸ ਦਿਨ ਤੋਂ ਡਰੋ, ਉਸ ਦਿਨ ਨੂੰ ਦੇਖਦੇ ਹੋਏ, ਉਸ ਦਿਨ ਤੋਂ ਡਰਦੇ ਹੋਏ ਆਪਣੇ ਆਪ ਨੂੰ ਇੱਕ ਅਲੱਗ ਕਰਨ ਦਾ ਫੈਸਲਾ ਕਰ ਲਵੋ। ਜੇ ਤੁਸੀਂ ਅਲੱਗ ਕਰਨ ਦਾ ਫੈਸਲਾ ਕਰੋਗੇ ਤਾਂ ਪਰਮੇਸ਼ਵਰ ਤੁਹਾਨੂੰ ਜੀਣ ਦਾ ਮੌਕਾ ਦੇਵੇਗਾ। ਮੈਂ ਇੱਕ ਤਸਵੀਰ ਆਪ ਨੂੰ ਦਿਖਾਉਣਾ ਚਾਹੁੰਦਾ ਹਾਂ, ਉਸ ਤੋਂ ਬਾਅਦ ਫੈਸਲਾ ਆਪ ਨੇ ਲੈਣਾ ਹੈ ਕੀ ਕਰਨਾ। ਇਹ ਜੋ ਤਸਵੀਰ ਹੈ ਇਹ ਸਵਰਗ ਦੀ ਹੈ, ਇਹ ਸੰਸਾਰ ਦੀ ਹੈ ਅਤੇ ਅੰਤਿਮ ਸਮੇਂ ਜਦੋਂ ਨਰਕ ਦੇ ਵਿੱਚ ਹੋਣਾ ਹੈ ਉਸ ਦੇ ਬਾਰੇ ਦੱਸੀ ਗਈ ਹੈ। ਪਿਆਰੇ ਅਜ਼ੀਜ਼, ਇਹ ਜੋ ਤਸਵੀਰ ਹੈ ਇਹ ਦੱਸਦੀ ਹੈ ਜਿਹੜੇ ਲੋਕ ਪਰਮੇਸ਼ਵਰ ਦੇ ਨਾਲ ਸੈਲਫ ਡਿਸੀਜਨ ਲੈਂਦੇ ਆ, ਵਿਅਕਤੀਗਤ ਆਪਣਾ ਡਿਸੀਜਨ ਲੈਂਦੇ ਆ ਪਰਮੇਸ਼ਵਰ ਦੇ ਵਿੱਚ, ਉਹ ਸਵਰਗ ਨੂੰ ਦੇਖਦੇ ਹੋਏ ਮਸੀਹ ਯਸੂ ਦੇ ਵੱਲ ਭੱਜਦੇ ਜਾਂਦੇ ਆ। ਜਿੱਥੇ ਮਸੀਹ ਸਵਰਗ ਦੇ ਵਿੱਚ ਵਿਰਾਜਮਾਨ ਹੈ ਉਸ ਜਗ੍ਹਾ ਦੇ ਲਈ ਉਹ ਦਿਨ ਪ੍ਰਤੀ ਦਿਨ ਪ੍ਰਯਤਨ ਕਰਦੇ ਹੋਏ ਉੱਥੇ ਵੱਜਦੇ ਆ, ਔਰ ਉੱਥੇ ਦੇ ਚੁਣੇ ਹੋਏ ਲੋਕ ਬਹੁਤ ਘੱਟ ਹੈ, ਬਹੁਤ ਘੱਟ ਹੈ। ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਭੀੜ ਹੈ, ਕਿੰਨੇ ਲੋਕ ਹੈ ਜਿਹੜੇ ਕਿ ਆਪਣਾ एक दूसरे का कत्ल कर रहे हैं, शराबा पी रहे हैं और ऐश प्रस्ती कर रहे हैं और जबरदस्ती कर रहे हैं, व्यभिचार का काम कर रहे हैं, मजाक कर रहे हैं और अश्लील किताबा पढ़ रहे हैं और मूर्ति पूजा कर रहे हैं और किस तरह सिनेमा ड्रामा कर रहे हैं और किस तरह भंगड़े पा रहे हैं। मेरे प्यारे अजीज, ये सब इस तरह के करने वाले, छल कपट करने वाले सब इस बढ़ती हुई नरक की अग दे विच ਧੱਕੇ ਜਾਣਗੇ ਅਤੇ ਉੱਥੇ ਚਲੇ ਜਾਣਗੇ। ਇਸ ਲਈ ਫੈਸਲਾ ਤੁਸੀਂ ਕਰਨਾ ਹੈ ਕਿ ਮੈਂ ਕਿਸ ਰਾਸਤੇ ਵਿੱਚ ਜਾਣਾ ਹੈ, ਮੈਂ ਸਵਰਗ ਦੇ ਵਿੱਚ ਜਾਣਾ ਹੈ ਜਾਂ ਨਰਕ ਦੀ ਅੱਗ ਦੇ ਵਿੱਚ ਜਾਣਾ ਹੈ। ਤੁਸੀਂ ਆਪਣੇ ਆਪ ਦੇ ਵਿੱਚ ਧਿਆਨ ਕਰਨਾ ਹੈ ਕਿ ਮੇਰਾ ਜੀਵਨ ਕਿਸ ਵਿੱਚ ਹੈ, ਸੰਸਾਰ ਦੇ ਵਿੱਚ ਜਾਂ ਪਰਮੇਸ਼ਰ ਪੁੱਤਰ ਜਿੱਥੇ ਸਵਰਗ ਦੇ ਵਿੱਚ ਵਿਰਾਜਮਾਨ ਮੇਰੇ ਲਈ ਉਡੀਕ ਕਰ ਰਹੇ। ਹੁਣ ਫੈਸਲਾ ਆਪ ਦੇ ਹੱਥ ਵਿੱਚ ਹੈ। ਤੁਸੀਂ ਵਿਅਕਤੀਗਤ ਡਿਸੀਜਨ ਕੀ ਲੈਣਾ ਹੈ ਕਿ ਮੈਂ ਮਸੀਹ ਦੇ ਪਿੱਛੇ ਚੱਲਣਾ ਹੈ ਜਾਂ ਮਸੀਹ ਦੀ ਉਸ ਸੱਚੀ ਸ਼ਾਂਤੀ ਦੇ ਪਿੱਛੇ ਚੱਲਣਾ ਹੈ ਜਾਂ ਉਸ ਸੱਚੇ ਪ੍ਰੇਮ ਦੇ ਪਿੱਛੇ ਚੱਲਣਾ ਹੈ ਜਾਂ ਪਰਮੇਸ਼ਵਰ ਦੀ ਸੱਚੀ ਧਾਰਮਿਕਤਾ ਦੇ ਵਿੱਚ ਚੱਲਣਾ ਹੈ ਜਿੱਥੇ ਮਸੀਹ ਮੈਨੂੰ ਆਪਣੇ ਨਾਲ ਰਾਜ ਕਰਨ ਦੇ ਲਈ ਤਿਆਰੀ ਕਰ ਰਿਹਾ ਹੈ ਅਤੇ ਮੈਂ ਉਸ ਦੇ ਨਾਲ ਬਦਲਾਂ ਦੇ ਵਿੱਚ ਉਠਾਏ ਜਾਣ ਦੇ ਲਈ ਉਡੀਕ ਕਰ ਰਿਹਾ ਹਾਂ ਉਸ ਜਿਉਂਦੀ ਆਸ ਦੇ ਵਿੱਚ, ਜਾਂ ਇਸ बढ़ते हुए संसार दे विच जिथे लोक नाश होण दे लई इस नरक दी अग दे विच जा रहे हैं या इस जगह दे उत्ते जाण दे लई फैसला तुसी करना है। अज आप दे कोल फैसला है कि तुसी विश्वासी होके संसार दे विच जाना है या विश्वासी होके स्वर्ग दे विच जाना है। इस व्यक्ति ने सेल्फ डिसीजन लिया अते स्वर्ग वाल भजदा जा रहा है। ਤੁਹਾਡਾ डिसीजन की है मैं नहीं जानता, पर परमेश्वर हर एक नूं व्यक्तिगत चूजन करन दे लई मौका दिता होया है। उसने किसी नाल जबरदस्ती नहीं कीता। मैं तुहानूं जबरदस्ती नहीं कहंदा तुसी इदां करो, तुसी इस रास्ते ते हो। बहुत सारे लोग अज पैसे दे पिछे भजणगे, बहुत सारे लोग पैसे नूं प्राप्त करन दे लई तरह तरह दे झूठियां गल्लां, झूठे वायदे तुहाडे नाल करनगे। पर मेरे प्यारे अजीजो, परमेश्वर ने तुहानूं कीमती जिंदगी दिती है, उहदे पिछे ना जाओ। तुसी उस जिंदगी वाल जाओ जिहड़ी सदा दी है, जिहड़ी परमेश्वर ने मैनू दिती है, जिहड़ी उन्हां नूं दिती है जिन्हां ने विश्वास किया है, जो उसके पिछे चल रहे हैं। इस दे विच दुख तां जरूर है, कष्ट तां जरूर है, पर अंत दे विच सदा दा आनंद है। पर अंत दे विच सदा दा आनंद है। तुसी फैसला करना है कि मैं सदा दे आनंद विच जाना है या सदा दी बढ़दी हुई इस नरक दी अग दे विच जाना है। ये फैसला तुहाडा है, मेरा नहीं। प्रभु आप नूं सही फैसला करन दे लई आप दी मदद करे। जय मसीह दी।